ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਲੰਘੇ ਕੱਲ੍ਹ ਹਲਕਾ ਜਿਹਾ ਮੀਂਹ ਪਿਆ। ਕਈ ਥਾਵਾਂ ਦੇ ਉੱਤੋਂ ਬੂੰਦਾਬਾਂਦੀ ਦੀਆਂ ਖਬਰਾਂ ਪ੍ਰਾਪਤ ਹੋਈਆਂ। ਕਈ ਥਾਵਾਂ 'ਤੇ ਕਈ ਘੰਟੇ ਇਹ ਬੂੰਦਾਬਾਂਦੀ ਹੁੰਦੀ ਰਹੀ ਹੈ, ਕਈ ਥਾਵਾਂ 'ਤੇ ਕੁਝ ਕੁ ਮਿੰਟ ਹੋਈ ਹੈ। ਪਰ ਘੱਟ ਜਾਂ ਵੱਧ ਜਿੱਥੇ ਵੀ ਜਿੰਨਾ ਮੀਂਹ ਪਿਆ ਉਹਦੇ ਕਰਕੇ ਕਣਕ ਸਲਾਬੀ ਗਈ ਹੈ ਤੇ ਕਿਸਾਨ ਦੀ ਮੁਸ਼ਕਲ ਦੇ ਵਿੱਚ ਵਾਧਾ ਹੋਇਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਇਵੇਂ ਹੀ ਬਦਲਵਾਈ ਵਾਲਾ ਰਹਿ ਸਕਦਾ। ਇਵੇਂ ਹੀ ਕਈ ਥਾਵਾਂ ਦੇ ਉੱਤੇ ਕਿਣਮਣ ਹੋਣ ਦੀ ਪੂਰੀ ਆਸ ਹੈ। ਤੇ ਲੰਘੇ ਕੱਲ੍ਹ ਪੰਜਾਬ ਦੇ ਵਿੱਚ ਗਰਮੀ ਆਮ ਨਾਲੋਂ ਕਾਫੀ ਘੱਟ ਰਹੀ ਹੈ। ਜਲੰਧਰ ਦੇ ਵਿੱਚ ਵੀ, ਹਾਲਾਂਕਿ ਜਲੰਧਰ ਖੇਤਰ ਦੇ ਵਿੱਚ ਦੁਆਬੇ ਦੇ ਕਈ ਹਿੱਸਿਆਂ ਦੇ ਵਿੱਚ ਕਿਣਮਣ ਬਹੁਤੀ ਨਹੀਂ ਹੋਈ, ਪਰ ਇੱਥੇ ਤਾਪਮਾਨ ਕਾਫੀ ਘੱਟ ਸੀ, ਬੱਦਲਵਾਈ ਰਹੀ ਹੈ, ਠੰਡੀ ਹਵਾ ਚੱਲੀ ਹੈ। ਸੋ ਮੌਸਮ ਵਿਭਾਗ ਦਾ ਅੰਦਾਜ਼ਾ ਆਉਂਦੇ 24 ਘੰਟਿਆਂ ਬਾਰੇ ਜੋ ਹੈ ਉਹ ਕਿੰਨਾ ਕੁ ਸਹੀ ਸਾਬਤ ਹੁੰਦਾ, ਇਹ ਵਕਤ ਬਿਆਨ ਕਰੂਗਾ। ਹੁਣ ਜੇਕਰ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਦੇ ਨਾਲ ਜੁੜੀ ਹੋਈ ਹੈ। ਭਾਰਤ ਦੇ ਵਿੱਚ ਇਸ ਵਕਤ ਸਿਖਰ ਦੇ ਉੱਤੇ ਕੇਸ ਪਹੁੰਚ ਰਹੇ ਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਲੰਘੇ ਕੱਲ੍ਹ ਰਾਤ ਦੇ ਵੇਲੇ ਦੇਸ਼ ਨੂੰ ਸੰਬੋਧਨ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਲੋਕਡਾਊਨ ਤੋਂ ਦੇਸ਼ ਨੂੰ ਬਚਾਉਣਾ। ਸਾਡੀ ਹਾਲੇ ਕੋਈ ਇੱਛਾ ਨਹੀਂ ਕਿ ਅਸੀਂ ਲੋਕਡਾਊਨ ਕਰੀਏ, ਪਰ ਅਸੀਂ ਇਸ ਵਕਤ ਦੇਖ ਰਹੇ ਹਾਂ ਕਿ ਪ੍ਰਸਥਿਤੀਆਂ ਕੀ ਬਣ ਰਹੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਸੂਬਿਆਂ ਦੀਆਂ ਸਰਕਾਰਾਂ ਨੂੰ, ਵੱਖ-ਵੱਖ ਮੁੱਖ ਮੰਤਰੀਆਂ ਨੂੰ, ਕਿ ਸਾਡੇ ਕੋਲੇ ਆਖਰੀ ਹੱਲ ਆ ਜਿਹੜਾ ਉਹ ਇੱਕ ਲੋਕਡਾਊਨ ਰਹਿ ਜਾਂਦਾ, ਪਰ ਇਹ ਹੱਲ ਅਸੀਂ ਅਖੀਰ ਦੇ ਉੱਤੇ ਵਰਤਣਾ। ਇਸ ਤੋਂ ਪਹਿਲਾਂ ਜੋ ਕੁਝ ਵੀ ਹੋ ਸਕਦਾ ਉਹ ਸਾਨੂੰ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਪਿਛਲੀ ਲਹਿਰ ਆ ਜਿਹੜੀ ਉਹਦੇ ਵਿੱਚ ਵੀ ਭਾਰਤ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਉਹਨਾਂ ਨੇ ਕਿਹਾ ਜੀ ਕਿ ਹੁਣ ਕਰੋਨਾ ਵੈਕਸੀਨ ਆ ਜਿਹੜੀ ਉਹਦੇ ਵਿੱਚ ਭਾਰਤ ਨੇ ਕਮਾਲ ਕੀਤੀ ਹੈ। ਇਹ ਭਾਰਤ ਦੇ ਵਿਗਿਆਨੀਆਂ ਦੇ ਵੱਲੋਂ ਇੱਕ ਇਹੋ ਜਿਹਾ ਰਿਕਾਰਡ ਕਾਇਮ ਕੀਤਾ ਗਿਆ ਜਿਹਦਾ ਕੋਈ ਬਦਲ ਹੀ ਹੈ ਨਹੀਂਗਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੈਣੀ ਚਾਹੀਦੀ ਹੈ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਕਤ ਜਿਹੜੇ ਲੋਕ ਵੀ ਸਿਰੜ ਦੇ ਨਾਲ ਲੱਗੇ ਹੋਏ ਆ ਤੇ ਕਰੋਨਾ ਦੀ ਦੂਜੀ ਲਹਿਰ ਦਾ ਜਿਹੜੀ ਕਿ ਤੂਫਾਨ ਵਾਂਗੂ ਆਈ ਹੈ ਇਹਦਾ ਮੁਕਾਬਲਾ ਕਰ ਰਹੇ ਆ, ਅਸੀਂ ਉਹਨਾਂ ਲੋਕਾਂ ਨੂੰ, ਭਾਵੇਂ ਉਹ ਵਲੰਟੀਅਰ ਆ, ਭਾਵੇਂ ਉਹ ਡਾਕਟਰ ਆ, ਭਾਵੇਂ ਉਹ ਹੋਰ ਹੈਗੇ ਆ ਫਰੰਟ ਲਾਈਨ ਦੇ ਵਰਕਰ, ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਤੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਾਂ ਪਹਿਲੀ ਜਾਂ ਇਸ ਦੂਜੀ ਲਹਿਰ ਦੇ ਵਿੱਚ ਕਰੋਨਾ ਦੇ ਵਿੱਚ ਵਿਛੋੜਾ ਦੇ ਗਏ ਆ। ਸੋ ਚੰਗੀਆਂ ਲੱਗੀਆਂ ਗੱਲਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਖਰ ਲੋਕਾਂ ਦੇ ਮੂਹਰੇ ਆ ਕੇ ਇਹ ਗੱਲਾਂ ਕੀਤੀਆਂ। ਪਰ ਇਹ ਗੱਲਾਂ ਹੀ ਹੋਣੀਆਂ ਸਾਨੂੰ ਇਸ ਗੱਲ ਦੀ ਪੂਰੀ ਆਸ ਸੀ, ਕਿਉਂਕਿ ਜਦੋਂ ਉਹਨਾਂ ਨੇ ਲੰਘੇ ਕੱਲ੍ਹ ਰਾਤ ਦੇ ਵੇਲੇ 8:30 ਵਜੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਉਸ ਤੋਂ ਘੰਟਾ ਕੁ ਪਹਿਲਾਂ ਖਬਰਾਂ ਆਉਣ ਲੱਗ ਪਈਆਂ ਸੀ ਕਿ ਹੁਣ ਤੋਂ ਘੰਟੇ 2 ਘੰਟੇ ਬਾਅਦ ਉਹ ਸੰਬੋਧਨ ਕਰਨਗੇ। ਸਾਨੂੰ ਬਿਲਕੁਲ ਇਹੀ ਆਸ ਸੀ ਵੀ ਇਹੀ ਗੱਲਾਂ ਹੋਣੀਆਂ। ਪਰ ਬੇਨਤੀ ਇਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਹ ਵੀ ਜੇਕਰ ਕਹਿ ਜਾਂਦੇ ਕਿ ਅਸੀਂ ਵੀ ਪੱਛਮੀ ਬੰਗਾਲ ਦੇ ਵਿੱਚ ਰੈਲੀਆਂ ਕੀਤੀਆਂ, ਇੱਦਾਂ ਵੀ ਇਕੱਠ ਨਹੀਂ ਹੋਣੇ ਚਾਹੀਦੇ, ਜੋ ਅਸੀਂ ਇਕੱਠ ਕੀਤੇ ਇਹਦੇ ਕਰਕੇ ਵੀ ਕਰੋਨਾ ਫੈਲ ਸਕਦਾ ਸੀ, ਸਾਨੂੰ ਵੀ ਇੱਕ ਸੂਬਾ ਜਿੱਤਣ ਦੀ ਥਾਂ ਦੇ ਉੱਤੇ ਪੂਰੇ ਦੇਸ਼ ਦੇ ਲੋਕਾਂ ਦੇ ਦਿਲ ਜਿੱਤਣ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਜਾਂ ਚਾਹੀਦਾ ਸੀ। ਸੋ ਇਹ ਗੱਲਾਂ ਹੋਰ ਵੀ ਪ੍ਰਸੰਗਿਕ ਲੱਗਦੀਆਂ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਜੋ ਗੱਲਾਂ ਕਹੀਆਂ ਉਹ ਸਧਾਰਨ ਗੱਲਾਂ ਸੀ, ਉਹ ਇੱਕ ਸਮਝਾਉਣੀ ਦੇ ਰੂਪ ਦੇ ਵਿੱਚ ਸੀ। ਪਰ ਜੋ ਗਲਤੀਆਂ ਲੰਘੇ ਦਿਨਾਂ ਦੇ ਵਿੱਚ ਬੀਜੇਪੀ ਨੇ ਕੀਤੀਆਂ ਉਹਦੇ ਬਾਬਤ ਉਹਨਾਂ ਨੇ ਕੋਈ ਜ਼ਿਕਰ ਤੇ ਫਿਕਰ ਨਹੀਂ ਕੀਤਾ। ਉਸ ਤੋਂ ਅਗਲੀ ਵੱਡੀ ਗੱਲ ਇਹ ਹੈ ਕਿ ਇਸ ਵਕਤ ਭਾਰਤ ਦੇ ਵਿੱਚ ਆਕਸੀਜਨ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ। ਵੈਂਟੀਲੇਟਰ ਆ ਜਿਹੜੇ ਥੋੜ੍ਹੇ ਪੈ ਗਏ ਆ, ਮਰੀਜ਼ ਆ ਜਿਹੜੇ ਉਹ ਹਰ ਰੋਜ਼ 2.5 ਲੱਖ ਤੋਂ ਪਾਰ ਹੋਈ ਜਾਂਦੇ ਆ ਭਾਰਤ ਦੇ ਅੰਦਰ 24 ਘੰਟਿਆਂ ਦੇ ਵਿੱਚ। ਦਿੱਲੀ ਵਰਗੇ ਸ਼ਹਿਰ ਦੇ ਵਿੱਚ, ਦਿੱਲੀ ਵਰਗੇ ਸੂਬੇ ਦੇ ਵਿੱਚ, ਰਾਜਧਾਨੀ ਦੇ ਵਿੱਚ, ਭਾਰਤ ਦੀ ਰਾਜਧਾਨੀ ਦੇ ਵਿੱਚ ਇਸ ਵਕਤ ਆਕਸੀਜਨ ਦੀ ਇੰਨੀ ਕਿੱਲਤ ਪੈ ਗਈ ਹੈ ਵੀ ਕੇਜਰੀਵਾਲ ਦੀ ਧਰਮ ਪਤਨੀ ਖੁਦ ਕਰੋਨਾ ਪੋਜ਼ੀਟਿਵ ਆ। ਕੇਜਰੀਵਾਲ ਨੇ ਖੁਦ ਨੂੰ ਇਕਾਂਤਵਾਸ ਦੇ ਵਿੱਚ ਕੀਤਾ ਹੋਇਆ। ਉਹਨਾਂ ਨੇ ਕੇਂਦਰ ਦੀ ਸਰਕਾਰ ਦੇ ਕੋਲੇ ਗੁਜ਼ਾਰਿਸ਼ ਕੀਤੀ ਹੈ ਕਿ ਆਕਸੀਜਨ ਭੇਜੀ ਜਾਵੇ ਜਲਦੀ ਤੋਂ ਜਲਦੀ, ਕੁਝ ਘੰਟਿਆਂ ਦੇ ਵਿੱਚ, ਕਿਉਂਕਿ ਦਿੱਲੀ ਦੇ ਹਸਪਤਾਲਾਂ ਦੇ ਵਿੱਚ ਹਾਲ ਬੁਰਾ ਹੋਣ ਲੱਗਿਆ। ਤੇ ਮੈਂ ਸੋਚ ਰਿਹਾ ਕਿ ਜੇਕਰ ਕਿਸੇ ਦੇਸ਼ ਦੇ ਵਿੱਚ ਆਕਸੀਜਨ ਦੀ ਥੁੜ ਪੈਦਾ ਹੁੰਦੀ ਹੈ ਤਾਂ ਫਿਰ ਬਣੂਗਾ ਕੀ, ਕਿਉਂਕਿ ਸਾਡੇ ਕੋਲੇ ਸਿਹਤ ਦੇ, ਸਾਡੇ ਕੋਲੇ ਸਿੱਖਿਆ ਦੇ ਤਾਂ ਮਸਲੇ ਬਹੁਤ ਗੁੰਝਲਦਾਰ ਵੀ ਹੈ ਤੇ ਇਸ ਵਕਤ ਬਹੁਤ ਸਾਡਾ ਧਿਆਨ ਲਾਂਭੇ ਵੀ ਹੋਇਆ। ਸਾਡਾ ਧਿਆਨ ਇਸ ਵਕਤ ਹੈਗਾ ਮੂਰਤੀਆਂ ਬਣਾਉਣ ਦੇ ਵੱਲ, ਸਾਡਾ ਧਿਆਨ ਹੈਗਾ ਧਰਮ ਦੇ ਨਾਂ ਦੇ ਉੱਤੇ ਚੋਣਾਂ ਲੜਨ ਦੇ ਵੱਲ। ਜਿਹੜੇ ਦੇਸ਼ ਦੇ ਵਿੱਚ ਆਕਸੀਜਨ ਦੀ ਵੀ ਘਾਟ ਪੈਦਾ ਹੋ ਜੇ ਤੇ ਉੱਥੇ ਕੀ ਬਣੂਗਾ ਤੇ ਕੀ ਨਹੀਂ ਬਣੂਗਾ। ਸੋ ਇਸ ਵਕਤ ਕੇਂਦਰ ਦੀ ਸਰਕਾਰ ਨੂੰ ਚਾਹੀਦਾ ਕਿ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਜੋ ਵੀ ਕੀਤਾ ਜਾ ਸਕਦਾ ਉਹ ਕੀਤਾ ਜਾਵੇ ਤੇ ਜਿੱਥੇ ਵੀ ਆਕਸੀਜਨ ਦੇ ਪਲਾਂਟ ਕਾਇਮ ਕਰਨੇ ਉਹ ਜਲਦੀ ਕੀਤੇ ਜਾਣ, ਕਿਉਂਕਿ ਲੋਕਾਂ ਦੀ ਜ਼ਿੰਦਗੀ ਨਾਲੋਂ ਜਿਹੜੇ ਵੱਖ-ਵੱਖ ਸੂਬਿਆਂ ਦੇ ਵਿੱਚ ਸਰਕਾਰਾਂ ਬਣਾਉਣ ਦੀ ਇੱਛਾ ਇਹ ਜ਼ਿਆਦਾ ਮਹੱਤਵਪੂਰਨ ਨਹੀਂ ਹੈ, ਇਹ ਜ਼ਿਆਦਾ ਮੁੱਲਵਾਨ ਨਹੀਂ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਭਾਰਤ ਦੀ ਰਾਜਧਾਨੀ ਦੇ ਵਿੱਚ ਵੀ ਆਕਸੀਜਨ ਦੀ ਭਾਰੀ ਕਿੱਲਤ ਹੋ ਗਈ ਹੈ। ਹਾਲਾਤ ਕਿੰਨੇ ਗੰਭੀਰ ਨੇ, ਇਸ ਦੇ ਸੰਕੇਤ ਉਦੋਂ ਮਿਲੇ ਜਦੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕੇਂਦਰ ਦੀ ਸਰਕਾਰ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਕੁਝ ਹਸਪਤਾਲਾਂ ਦੇ ਵਿੱਚ ਤਾਂ ਕੁਝ ਹੀ ਘੰਟਿਆਂ ਦੀ ਆਕਸੀਜਨ ਬਾਕੀ ਰਹਿ ਗਈ ਹੈ। ਮੈਂ ਕੇਂਦਰ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਦਿੱਲੀ ਨੂੰ ਤੁਰੰਤ ਆਕਸੀਜਨ ਮੁਹੱਈਆ ਕਰਾਈ ਜਾਵੇ। ਕੇਜਰੀਵਾਲ ਦੀ ਅਪੀਲ ਦੇ ਨਾਲ ਹੀ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਦਿੱਲੀ ਦੇ ਹਾਲਾਤ ਬਾਰੇ ਦੱਸਿਆ। ਉਹਨਾਂ ਨੇ ਲਿਖਿਆ ਕਿ ਆਕਸੀਜਨ ਨੂੰ ਲੈ ਕੇ ਸਭ ਹਸਪਤਾਲਾਂ ਤੋਂ ਫੋਨ ਆ ਰਹੇ ਨੇ। ਸਪਲਾਈ ਕਰਨ ਵਾਲਿਆਂ ਨੂੰ ਵੱਖ-ਵੱਖ ਸੂਬਿਆਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ। ਆਕਸੀਜਨ ਦੀ ਸਪਲਾਈ ਨੂੰ ਲੈ ਕੇ ਸੂਬਿਆਂ ਦਰਮਿਆਨ ਜੰਗਲ ਰਾਜ ਨਾ ਹੋਵੇ, ਇਹਦੇ ਲਈ ਕੇਂਦਰ ਸਰਕਾਰ ਨੂੰ ਬੇਹੱਦ ਸੰਵੇਦਨਸ਼ੀਲ ਤੇ ਸਰਗਰਮ ਹੋਣਾ ਪਵੇਗਾ। ਸਿਸੋਦੀਆ ਨੇ 18 ਹਸਪਤਾਲਾਂ ਦੀ ਇੱਕ ਸੂਚੀ ਵੀ ਸਾਂਝੀ ਕੀਤੀ ਹੈ। ਇਹਦੇ ਵਿੱਚ ਪ੍ਰਮੁੱਖ ਸਰਕਾਰੀ ਹਸਪਤਾਲ ਤੇ 10 ਨਿੱਜੀ ਹਸਪਤਾਲਾਂ ਵਿੱਚ ਬਚੀ ਹੋਈ ਆਕਸੀਜਨ ਦਾ ਜ਼ਿਕਰ ਕੀਤਾ ਗਿਆ। ਸੂਚੀ ਕਹਿੰਦੀ ਹੈ ਕਿ ਮੰਗਲਵਾਰ ਸ਼ਾਮ 6 ਵਜੇ ਦੀ ਸਥਿਤੀ ਦੇ ਮੁਤਾਬਕ ਸਰਕਾਰੀ ਹਸਪਤਾਲਾਂ ਵਿੱਚ ਸਭ ਤੋਂ ਵੱਧ ਅੰਬੇਡਕਰ ਹਸਪੀਟਲ ਦੇ ਵਿੱਚ 24 ਘੰਟੇ ਦੀ ਤੇ ਨਿੱਜੀ ਹਸਪਤਾਲਾਂ ਵਿੱਚ ਸਭ ਤੋਂ ਜ਼ਿਆਦਾ ਸ਼੍ਰੀ ਅਗਰਸੈਨ ਹਸਪਤਾਲ ਦੇ ਵਿੱਚ 48 ਘੰਟੇ ਦੀ ਆਕਸੀਜਨ ਬਚੀ ਹੈ। ਬਾਕੀ ਹਸਪਤਾਲਾਂ ਵਿੱਚ ਸਥਿਤੀ ਗੰਭੀਰ ਹੈ। ਕਰੋਨਾ ਦਰਮਿਆਨ ਆਕਸੀਜਨ ਦੀ ਕਮੀ ਨੂੰ ਲੈ ਕੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਇੰਡਸਟਰੀ ਆਕਸੀਜਨ ਸਪਲਾਈ ਦੇ ਲਈ ਇੰਤਜ਼ਾਰ ਕਰ ਸਕਦੀ ਹੈ, ਕਰੋਨਾ ਦੇ ਮਰੀਜ਼ ਨਹੀਂ। ਇਸ ਵਕਤ ਇਨਸਾਨੀ ਜ਼ਿੰਦਗੀਆਂ ਦਾਅਵੇ ਉੱਤੇ ਲੱਗੀਆਂ ਹੋਈਆਂ ਨੇ। ਕਰੋਨਾ ਟੈਸਟਿੰਗ ਨਾਲ ਜੁੜੀ ਹੋਈ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਕੋਰਟ ਨੇ ਇਹ ਆਦੇਸ਼ ਦਿੱਤਾ। ਕੋਰਟ ਨੇ ਕਿਹਾ ਕਿ ਸੁਣਨ ਦੇ ਵਿੱਚ ਆਇਆ ਕਿ ਦਿੱਲੀ ਦੇ ਗੰਗਾ ਰਾਮ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਦੇ ਚੱਲਦਿਆਂ ਉੱਥੇ ਡਾਕਟਰਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਕਿ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਆਕਸੀਜਨ ਘੱਟ ਕਰ ਦਿੱਤੀ ਜਾਵੇ। ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਅਜਿਹੀ ਕਿਹੜੀ ਇੰਡਸਟਰੀ ਹੈ ਜਿੱਥੇ ਆਕਸੀਜਨ ਸਪਲਾਈ ਘੱਟ ਨਹੀਂ ਕੀਤੀ ਜਾ ਸਕਦੀ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਇੰਡਸਟਰੀਅਲ ਪਰਪਸ ਦੇ ਲਈ ਆਕਸੀਜਨ ਦੇ ਇਸਤੇਮਾਲ ਤੇ 22 ਅਪ੍ਰੈਲ ਤੋਂ ਰੋਕ ਲਗਾ ਦਿੱਤੀ ਗਈ ਹੈ, ਪਰ ਕੁਝ ਇੰਡਸਟਰੀ ਨੂੰ ਇਸ ਤੋਂ ਵੱਖਰਾ ਰੱਖਿਆ ਗਿਆ। ਸਰਕਾਰ ਨੇ ਇਹ ਵੀ ਗੱਲ ਕਹੀ ਹੈ ਕਿ ਦਿੱਲੀ ਵਿੱਚ ਮੈਡੀਕਲ ਆਕਸੀਜਨ ਸਪਲਾਈ ਵਧਾਉਣ ਦੇ ਲਈ PM ਕੇਅਰ ਫੰਡ ਦੇ ਜ਼ਰੀਏ 4 ਆਕਸੀਜਨ ਪਲਾਂਟ ਲਾਉਣ ਦੀ ਯੋਜਨਾ ਹੈ। ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਦਿੱਲੀ ਸਰਕਾਰ ਦੇ ਹਸਪਤਾਲਾਂ ਨੂੰ 1390 ਵੈਂਟੀਲੇਟਰ ਮੁਹੱਈਆ ਕਰਵਾਏ ਗਏ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਵੀ ਇਸ ਵਕਤ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆਕਸੀਜਨ ਦੀ ਕਿੱਲਤ ਪਾਈ ਜਾ ਰਹੀ ਹੈ। ਲੰਘੇ ਕੱਲ੍ਹ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਪੰਜਾਬ ਦੇ ਹੈਲਥ ਸਿਸਟਮ ਨੂੰ ਇੱਕ ਚਿੱਠੀ ਲਿਖੀ ਗਈ ਹੈ ਸਿਹਤ ਮੰਤਰੀ ਨੂੰ ਕਿ ਜਲੰਧਰ ਦੇ ਵਿੱਚ ਕਿੰਨੇ ਸਿਲੰਡਰਾਂ ਦੀ ਖਪਤ ਹੁੰਦੀ ਆ ਹਰ ਰੋਜ਼ ਹਸਪਤਾਲਾਂ ਦੇ ਅੰਦਰ ਤੇ ਕਿੰਨੇ ਇੱਥੇ ਕੁੱਲ ਰਹਿ ਗਏ ਆ ਤੇ ਜਲਦ ਤੋਂ ਜਲਦ ਆਕਸੀਜਨ ਦੀ ਪੂਰੀ ਮਾਤਰਾ ਦੀ ਕੋਸ਼ਿਸ਼ ਕੀਤੀ ਜਾਵੇ, ਆਰੰਭੀ ਜਾਵੇ ਕੋਸ਼ਿਸ਼। ਸੋ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਭਾਵੇਂ ਰਾਜਸਥਾਨ ਹੋਵੇ, ਭਾਵੇਂ ਇਸ ਵਕਤ ਦਿੱਲੀ ਹੋਵੇ, ਭਾਵੇਂ ਪੰਜਾਬ ਹੋਵੇ ਤੇ ਭਾਵੇਂ ਭਾਰਤ ਦਾ ਕੋਈ ਵੀ ਸੂਬਾ ਹੋਵੇ ਤੇ ਭਾਵੇਂ ਉੱਥੇ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ, ਬਿਨਾਂ ਕਿਸੇ ਵਿਤਕਰੇ ਦੇ ਉੱਥੇ ਜਲਦ ਤੋਂ ਜਲਦ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ। ਉਸ ਤੋਂ ਅਗਲੀ ਮਹੱਤਵਪੂਰਨ ਗੱਲ ਇਹ ਹੈ ਕਿ ਚੰਡੀਗੜ੍ਹ ਦੇ ਵਿੱਚ ਅੱਜ ਲੋਕਡਾਊਨ ਕਰ ਦਿੱਤਾ ਗਿਆ। ਮੋਹਾਲੀ ਦੇ ਵਿੱਚ ਵੀ ਲੋਕਡਾਊਨ ਤੇ ਹੋਰ ਵੀ ਵੱਖ-ਵੱਖ ਥਾਵਾਂ ਤੋਂ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਲੋਕਡਾਊਨ ਕਿਉਂਕਿ ਦਿੱਲੀ ਦੇ ਵਿੱਚ 26 ਅਪ੍ਰੈਲ ਤੱਕ ਲੱਗਾ ਹੋਇਆ, ਪਰਸੋਂ ਦੀ ਰਾਤ ਤੋਂ, ਇਸ ਕਰਕੇ ਉੱਥੇ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਿ 25 ਅਪ੍ਰੈਲ ਨੂੰ ਹੋਣੀਆਂ ਸੀ, ਉਹ ਵੀ ਅਣਮਿੱਥੇ ਸਮੇਂ ਵਾਸਤੇ ਮੁਲਤਵੀ ਕਰ ਦਿੱਤੀਆਂ ਗਈਆਂ, ਅੱਗੇ ਪਾ ਦਿੱਤੀਆਂ ਗਈਆਂ, ਕਿਉਂਕਿ ਹੋ ਸਕਦਾ ਵੀ 26 ਤਰੀਕ ਤੱਕ ਹਾਲਾਤ ਸੁਧਰ ਜਾਣ ਤੇ ਲੋਕਡਾਊਨ ਹਟਾ ਦਿੱਤਾ ਜਾਵੇ। ਇਹ ਵੀ ਹੋ ਸਕਦਾ ਵੀ ਹਾਲਾਤ ਹੋਰ ਵੀ ਗੁੰਝਲਦਾਰ ਬਣ ਜਾਣ, ਪੇਚੀਦਾ ਹੋ ਜਾਣ ਤੇ ਲੋਕਡਾਊਨ 15 ਦਿਨ 20 ਦਿਨ ਮਹੀਨਾ ਅੱਗੇ ਵਧਾਉਣਾ ਪਵੇ। ਇਸ ਕਰਕੇ ਜਿਹੜੀਆਂ 25 ਅਪ੍ਰੈਲ ਨੂੰ ਦਿੱਲੀ ਕਮੇਟੀ ਦੀਆਂ ਚੋਣਾਂ ਹੋਣੀਆਂ ਸੀ, ਉਹ ਹਾਲ ਦੀ ਘੜੀ ਅੱਗੇ ਪੈ ਗਈਆਂ। ਪਰ ਸਥਿਤੀਆਂ ਜਿਹੜੀਆਂ ਉਹ ਲਗਾਤਾਰ ਭਾਰਤ ਦੇ ਵਿੱਚ ਗੰਭੀਰ ਹੋ ਰਹੀਆਂ। ਉਧਰ ਕਿਸਾਨ ਭਰਾਵਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜਿਹੜੇ ਬਾਰਡਰਾਂ ਦੇ ਉੱਤੇ ਬੈਠੇ ਆ, ਕਿਉਂਕਿ ਹਰਿਆਣੇ ਦੀ ਸਰਕਾਰ ਨੇ ਗੱਲ ਕਹੀ ਹੈ ਕਿ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਹੀ ਅਸੀਂ ਕਰੋਨਾ ਟੈਸਟ ਕਰਾਂਗੇ। ਪਰ ਕਿਸਾਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਟੈਸਟ ਨਹੀਂ ਕਰਵਾਉਣੇ, ਕਿਉਂਕਿ ਕੇਂਦਰ ਦੀ ਸਰਕਾਰ, ਕੇਂਦਰ ਦਾ ਸਿਹਤ ਮਹਿਕਮਾ ਸਾਨੂੰ ਇੱਥੇ ਬੈਠਿਆਂ ਨੂੰ ਕਰੋਨਾ ਪੋਜ਼ਿਟਿਵ ਕਰਾਰ ਦੇ ਕੇ ਇੱਥੋਂ ਉੱਠਣ ਵਾਸਤੇ ਮਜਬੂਰ ਕਰੂਗਾ। ਇਸ ਕਰਕੇ ਨਾ ਤਾਂ ਅਸੀਂ ਟੈਸਟ ਕਰਵਾਉਣਾ, ਨਾ ਅਸੀਂ ਇੱਥੋਂ ਜਾਣਾ। ਜੇ ਕੇਂਦਰ ਦੀ ਸਰਕਾਰ ਸਹੀ ਸਮਝਦੀ ਆ ਤਾਂ ਇੱਥੇ ਉਹਨਾਂ ਦੇ ਵੱਲੋਂ ਟੀਕਾਕਰਨ ਕੈਂਪ ਵੱਖ-ਵੱਖ ਬਾਰਡਰਾਂ ਦੇ ਉੱਤੇ ਲਾ ਦਿੱਤੇ ਜਾਣ। ਅਸੀਂ ਟੀਕਾ ਲਵਾਉਣ ਨੂੰ ਤਿਆਰ ਹੈਗੇ ਆ, ਉਹ ਵੀ ਕਿਸੇ ਨੂੰ ਮਜਬੂਰ ਨਹੀਂ ਕਰਦੇ। ਜਿਹੜਾ ਕਿਸਾਨ ਲਵਾਉਣਾ ਚਾਹਵੇ ਉਹ ਲਵਾ ਸਕਦਾ ਹੈ। ਪਰ ਜੇਕਰ ਇਹ ਗੱਲ ਕਹੀ ਜਾਵੇ ਕਿ ਕਰੋਨਾ ਦੇ ਟੈਸਟ ਕਰਾਂਗੇ, 10 ਪਿੱਛੇ 5 ਨੂੰ ਕਹਿ ਦਾਂਗੇ ਜੀ ਇਹ ਤਾਂ ਪੋਜ਼ਿਟਿਵ ਆ, ਹੁਣ ਤੁਹਾਨੂੰ ਇੱਥੋਂ ਆਪਣਾ ਅੰਦੋਲਨ ਖਤਮ ਕਰਨਾ ਪੈਣਾ, ਇਹ ਨਾ ਤਾਂ ਹੋਇਆ, ਨਾ ਅਸੀਂ ਹੋਣ ਦੇਣਾ। ਸੋ ਲਗਾਤਾਰ ਕੇਂਦਰ ਦੀ ਸਰਕਾਰ ਦੇ ਉੱਤੇ ਸ਼ੱਕ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕਿ ਉਹ ਕੀ ਚਾਹੁੰਦੀ ਹੈ,
ਕਿਸਾਨਾਂ ਨੂੰ ਕਿਵੇਂ ਉਠਾਉਣਾ ਚਾਹੁੰਦੀ ਹੈ। ਕਦੇ ਆਪਰੇਸ਼ਨ ਕਲੀਨ ਤੇ ਕਦੇ ਕੁਝ ਹਰ ਰੋਜ਼ ਕਈ ਤਰ੍ਹਾਂ ਦੀਆਂ ਕਨਸੂਆਂ ਪ੍ਰਾਪਤ ਹੋ ਰਹੀਆਂ, ਪਰ ਕਿਸਾਨ ਡਟੇ ਹੋਏ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਡਟੇ ਹੀ ਰਹਿਣਾ। ਅਗਲੀ ਗੱਲ ਇਹ ਹੈ ਕਿ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਜਾਂ ਵੱਧ ਤੋਂ ਵੱਧ 10 ਦਿਨ ਦੇ ਵਿੱਚ ਵੱਖ-ਵੱਖ ਬਾਰਡਰਾਂ ਤੇ ਫੇਰ ਪਹੁੰਚੋ, ਕਿਉਂਕਿ ਕਣਕ ਦਾ ਕੰਮਕਾਜ ਤੁਸੀਂ ਨਿਬੇੜ ਕੇ ਇਸ ਵਕਤ ਜੇਕਰ ਬਾਰਡਰਾਂ ਦੇ ਉੱਤੇ ਨਹੀਂ ਪਹੁੰਚਦੇ ਤਾਂ ਆਉਂਦੇ ਸਮੇਂ ਦੇ ਵਿੱਚ ਘੱਟ ਗਿਣਤੀ ਦੇਖ ਕੇ ਕਿਸਾਨਾਂ ਦੀ ਬਾਰਡਰਾਂ ਦੇ ਉੱਤੇ ਤੇ ਕੇਂਦਰ ਦੀ ਸਰਕਾਰ ਕੋਈ ਹੱਲਾ ਵੀ ਬੋਲ ਸਕਦੀ ਹੈ। ਇਸ ਕਰਕੇ ਆਪਾਂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਰਹਿਣਾ, ਆਪਾਂ ਜਿੱਤ ਕੇ ਘਰਾਂ ਨੂੰ ਵਾਪਸ ਜਾਣਾ। ਸੋ ਇੱਕ ਪਾਸੇ ਕਰੋਨਾ ਦਾ ਕਹਿਰ ਆ, ਦੂਜੇ ਪਾਸੇ ਕੇਂਦਰ ਦੀ ਸਰਕਾਰ ਦੀਆਂ ਕਿਸਾਨਾਂ ਦੇ ਪ੍ਰਤੀ ਜੋ ਨੀਤੀਆਂ ਜਾਂ ਨੀਤਾਂ ਉਹਨਾਂ ਦੇ ਉੱਤੇ ਸ਼ੱਕ ਆ ਜਿਹੜਾ ਪੈਦਾ ਹੁੰਦਾ। ਇਸ ਕਰਕੇ ਕਿਸਾਨ ਆ ਜਿਹੜੇ ਉਹ ਲਗਾਤਾਰ ਚਾਰੇ ਪਾਸੇ ਸੋਚ ਕੇ ਫਿਰ ਅਗਲਾ ਪੈਰ ਪੱਟ ਰਹੇ ਆ ਤੇ ਉਹਨਾਂ ਨੇ ਕਿਹਾ ਵੀ ਪਹਿਲੀ ਵਾਰ ਸਾਡੇ ਨਾਲ ਇਹੋ ਜਿਹਾ ਧੱਕਾ ਨਹੀਂ ਹੋ ਰਿਹਾ, ਇਹ ਲੰਮੇ ਸਮੇਂ ਤੋਂ ਹੋ ਰਿਹਾ, ਪਰ ਕੋਈ ਗੱਲ ਨਹੀਂ, ਹੁਣ ਤੱਕ ਜਰਦੇ ਆਏ ਆ, ਹੁਣ ਵੀ ਜਰ ਰਹੇ ਆ, ਪਰ ਜਾਵਾਂਗੇ ਜਿੱਤ ਕੇ ਹੀ। ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਕਤ ਸਿਰਫ ਤੇ ਸਿਰਫ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜ਼ਿਕਰ ਚੱਲ ਰਿਹਾ। ਅਕਾਲੀ ਦਲ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਨੂੰ ਨਟਵਰ ਲਾਲ ਕਹਿ ਰਹੇ ਆ ਤੇ ਕਾਂਗਰਸ ਦੇ ਆਗੂ ਇਸ ਵਕਤ ਦੜਜੀ ਵੱਟੀ ਬੈਠੇ ਆ। ਆਮ ਆਦਮੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਸਹੀ ਤਰੀਕੇ ਦੇ ਨਾਲ ਅਦਾਲਤ ਦੇ ਵਿੱਚ ਕੇਸ ਦੀ ਪੈਰਵੀ ਕੀਤੀ ਹੁੰਦੀ ਤਾਂ ਹਾਈ ਕੋਰਟ ਦੇ ਵੱਲੋਂ ਇਹ ਜਿਹੜੀ SIT ਦੀ ਰਿਪੋਰਟ ਆ ਇਹਨੂੰ ਰੱਦ ਨਾ ਕੀਤਾ ਜਾਂਦਾ। ਉਧਰ ਪਤਾ ਲੱਗਾ ਜੀ ਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਦਾ ਅਸਤੀਫਾ ਲੰਘੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਮਨਜ਼ੂਰ ਕਰ ਲਿਆ ਤੇ ਇਹ ਹੁਣ ਜਿਹੜਾ ਅਸਤੀਫਾ ਇਹ ਗ੍ਰਹਿ ਵਿਭਾਗ ਨੂੰ ਭੇਜ ਦਿੱਤਾ ਗਿਆ, ਯਾਨੀ ਕਿ ਉਹ ਹੁਣ IPS ਤੋਂ ਸਾਬਕਾ ਹੋ ਜਾਣਗੇ। ਉਹਨਾਂ ਨੇ ਜਿਹੜਾ ਅਸਤੀਫਾ ਦਿੱਤਾ ਉਹ ਸਵੀਕਾਰ ਹੋ ਜਾਣਾ ਤੇ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਰਾਜਨੀਤਿਕ ਉਡਾਰੀ ਭਰਨਗੇ। ਉਹ ਕਿਹੜੀ ਪਾਰਟੀ ਵਿੱਚ ਜਾਣਗੇ ਜਾਂ ਕਿਤੇ ਨਹੀਂ ਜਾਣਗੇ ਜਾਂ ਕੀ ਕੁਝ ਕਰਨਗੇ, ਇਹਦੇ ਬਾਬਤ ਆਪਾਂ ਕੁਝ ਕਹਿ ਨਹੀਂ ਸਕਦੇ। ਇਹ ਹਾਲੇ ਵੇਲੇ ਤੋਂ ਪਹਿਲਾਂ ਦੀ ਗੱਲ ਹੋਊਗੀ ਕਿ ਜੇਕਰ ਅਸੀਂ ਇੱਥੇ ਬੈਠੇ ਅੰਦਾਜ਼ਾ ਲਾ ਦਈਏ ਤੇ ਬਾਅਦ ਦੇ ਵਿੱਚ ਲੱਗੇ ਜੀ ਇਹ ਤਾਂ ਤੀਰ ਤੁੱਕਾ ਪਤਾ ਨਹੀਂ ਕੀ ਬਣ ਗਿਆ। ਸੋ ਉਡੀਕ ਕਰਨੀ ਪਊਗੀ ਕਿ ਉਹ ਭਵਿੱਖ ਦੇ ਵਿੱਚ ਫੈਸਲਾ ਕੀ ਲੈਂਦੇ ਆ। ਪਰ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਆ ਕਿ ਕੁੰਵਰ ਵਿਜੇ ਪ੍ਰਤਾਪ ਇਸ ਵਕਤ ਕਾਂਗਰਸ ਦੇ ਇਸ਼ਾਰੇ ਦੇ ਉੱਤੇ ਨੱਚ ਰਹੇ ਆ, ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਦੇ ਉੱਤੇ ਸਭ ਕੁਝ ਕਰ ਰਹੇ ਆ। ਇਸ ਵਕਤ ਇੱਕ ਨੁਕਾਤੀ ਪ੍ਰੋਗਰਾਮ ਕੁੰਵਰ ਵਿਜੇ ਪ੍ਰਤਾਪ ਦਾ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਦਾ ਤੇ ਉਹ ਐਸੇ ਨਟਵਰ ਲਾਲ ਬਣ ਗਏ ਆ ਵੀ ਉਹਨਾਂ ਦੇ ਉੱਤੇ ਭਰੋਸਾ ਇੱਕ ਦੁੱਕੀ ਦਾ ਨਹੀਂ ਕੀਤਾ ਜਾ ਸਕਦਾ। ਮਜੀਠੀਆ ਦੇ ਕਹਿਣ ਦੇ ਮੁਤਾਬਕ ਉਹ ਇਹ ਗੱਲ ਕਹਿੰਦੇ ਆ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਉਂਦੇ ਸਮੇਂ 'ਚ ਚੋਣ ਲੜਨੀ ਆ। ਉਹ ਇਸ ਵਕਤ ਗਰਾਊਂਡ ਬਣਾ ਰਹੇ ਆ। ਨਵਜੋਤ ਸਿੰਘ ਸਿੱਧੂ ਤੇ ਕੁੰਵਰ ਵਿਜੇ ਪ੍ਰਤਾਪ ਦੀ ਟਾਈਮਿੰਗ ਦੇਖੋ, ਉਹਨਾਂ ਨੇ ਗੱਲ ਕਹੀ ਹੈ ਵੀ ਕਿਹੜੇ ਮੌਕੇ ਦੇ ਉੱਤੇ ਜਦੋਂ ਚੋਣਾਂ ਦੇ ਵਿੱਚ 7-8 ਮਹੀਨੇ ਬਾਕੀ ਆ ਇਸ ਵਕਤ ਉਹਨਾਂ ਨੇ ਸਰਗਰਮੀ ਆਪਣੀ ਸ਼ੁਰੂ ਕੀਤੀ ਆ। ਪਰ ਇਹਦੇ ਨਾਲ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਲੰਘੇ ਕੱਲ੍ਹ ਵੱਖ-ਵੱਖ TV ਚੈਨਲਾਂ ਦੇ ਉੱਤੇ ਜਿਹੜੇ ਖੁਲਾਸੇ ਕੀਤੇ ਗਏ ਆ ਉਹ ਬੜੇ ਹੈਰਾਨ ਕਰਨ ਵਾਲੇ ਆ, ਉਹ ਬੜੇ ਕੰਬਾਉਣ ਵਾਲੇ ਆ। ਉਹਨਾਂ ਨੇ ਇਹ ਦੱਸਿਆ ਕਿ ਕਿਸ ਤਰੀਕੇ ਨਾਲ 50-50 ਲੱਖ ਰੁਪਈਆ 53-53 ਲੱਖ ਰੁਪਈਆ ਇੱਕ ਦਿਨ ਦਾ ਖਰਚਾ ਸਰਕਾਰੀ ਵਕੀਲਾਂ ਦਾ, ਵੱਖ-ਵੱਖ ਸੀਨੀਅਰ ਵਕੀਲਾਂ ਦਾ ਹੋਟਲਾਂ ਦੇ ਵਿੱਚ, ਤਾਜ ਹੋਟਲ ਦੇ ਵਿੱਚ ਰੱਖਣ ਦੇ ਵਿੱਚ ਆਉਂਦਾ ਸੀਗਾ ਤੇ ਕਿਸ ਤਰੀਕੇ ਦੇ ਨਾਲ ਮੈਨੂੰ ਟੌਰਚਰ ਕੀਤਾ ਜਾਂਦਾ ਸੀ। ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜੇ ਸਰਕਾਰੀ ਵਕੀਲ ਆ ਉਹ ਮੈਨੂੰ ਬੜਾ ਪਰੇਸ਼ਾਨ ਵੀ ਕਰਦੇ ਰਹੇ ਆ। ਉਹਨਾਂ ਦੇ ਕਹਿਣ ਦੇ ਮੁਤਾਬਕ ਜਦੋਂ ਮੈਂ ਸਰਕਾਰੀ ਵਕੀਲਾਂ ਦੇ ਕੋਲੇ ਦਿੱਲੀ ਦੇ ਵਿੱਚ ਜਾਂਦਾ ਸੀਗਾ ਤਾਂ ਉਹ ਮੇਰੇ ਨਾਲ ਇਉਂ ਵਿਹਾਰ ਕਰਦੇ ਸੀ ਵੀ ਜਿਵੇਂ ਚਪੜਾਸੀ ਨਾਲ ਕੀਤਾ ਜਾਂਦਾ। ਉਹਨਾਂ ਦਾ ਇਹ ਕਹਿਣਾ ਜੀ ਕਿ HS ਫੂਲਕਾ ਨੇ ਵੀ ਮੇਰੇ ਨਾਲ ਚੰਗੀ ਨਹੀਂ ਕੀਤੀ, ਕਿਉਂਕਿ ਲੋਕ ਇਹ ਗੱਲ ਕਹਿੰਦੇ ਆ ਕਿ ਫੂਲਕਾ ਸਾਹਿਬ ਕੇਸ ਲੜਨ ਦੇ ਲਈ ਹਮੇਸ਼ਾ ਤਿਆਰ ਰਹਿੰਦੇ ਜਿੱਥੇ ਪੰਜਾਬ ਦੇ ਮੁੱਦੇ ਗੰਭੀਰ ਹੋਣ। ਪਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇੱਦਾਂ ਨਹੀਂ ਹੈ ਜਿਵੇਂ ਕਿ ਪੇਸ਼ਕਾਰੀ ਹੁੰਦੀ ਹੈ। ਸੋ ਜਿਹੜੇ ਉਹਨਾਂ ਦੇ ਵੱਲੋਂ ਦੋਸ਼ ਲਾਏ ਗਏ ਆ ਜਾਂ ਜਿਹੜੇ ਉਹਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਆ ਇਹਨਾਂ ਦੇ ਵਿੱਚੋਂ ਕਿੰਨੇ ਫੀਸਦੀ ਸਹੀ ਆ ਇਹਦੇ ਬਾਬਤ ਅਸੀਂ ਕੋਈ ਸ਼ਾਦੀ ਨਹੀਂ ਭਰਦੇਗੇ। ਪਰ ਜੋ ਗੱਲਾਂ ਉਹਨਾਂ ਨੇ ਕਹੀਆਂ ਪਹਿਲਾਂ ਉਹਦਾ ਸੰਖੇਪ ਦੇ ਵਿੱਚ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜੋ ਦੋਸ਼ ਲਗਾਏ ਗਏ ਨੇ ਉਹਨਾਂ ਦੇ ਵਿੱਚੋਂ 4-5 ਇਹੋ ਜਿਹੇ ਦੋਸ਼ ਨੇ ਜਿਹੜੇ ਕਿ ਹਰ ਪੰਜਾਬੀ ਨੂੰ ਇਸ ਵਕਤ ਹੈਰਾਨ ਕਰਨ ਵਾਲੇ ਨੇ। ਉਹਨਾਂ ਦੇ ਕਹਿਣ ਦੇ ਮੁਤਾਬਕ ਸਰਕਾਰੀ ਵਕੀਲਾਂ ਨੂੰ 5 ਤਾਰਾ ਹੋਟਲ ਦੇ ਵਿੱਚ ਇੱਕ ਰਾਤ ਠਹਿਰਾਉਣ ਦਾ ਖਰਚਾ 55 ਲੱਖ ਰੁਪਏ ਹੁੰਦਾ ਸੀ। ਇਹ ਤਾਜ ਹੋਟਲ ਵਿੱਚ ਠਹਿਰਦੇ ਸਨ ਤੇ ਇੱਕ ਦਿਨ ਤਾਜ ਦੇ ਵਿੱਚ ਕਮਰਾ ਨਾ ਮਿਲਣ ਕਰਕੇ ਮੈਰੀਅਟ ਹੋਟਲ ਦੇ ਵਿੱਚ ਪ੍ਰਬੰਧ ਕੀਤਾ ਤਾਂ ਇਹਨਾਂ ਸਰਕਾਰੀ ਵਕੀਲਾਂ ਦੇ ਬਹੁਤ ਨਖਰੇ ਝੱਲਣੇ ਪਏ। ਵਕੀਲਾਂ ਦੀ ਇੱਕ ਦਿਨ ਦੀ ਫੀਸ ਉਹਨਾਂ ਦੇ ਕਹਿਣ ਮੁਤਾਬਕ ਮੇਰੀ 3 ਸਾਲ ਦੀ ਤਨਖਾਹ ਦੇ ਬਰਾਬਰ ਹੁੰਦੀ ਸੀ। ਮੈਨੂੰ ਸਰਕਾਰੀ ਵਕੀਲਾਂ ਨੇ ਬਹੁਤ ਟੌਰਚਰ ਕੀਤਾ। ਕੁੰਵਰ ਵਿਜੇ ਪ੍ਰਤਾਪ ਨੇ ਵੀ ਗੱਲ ਕਹੀ ਹੈ। ਮੁੱਖ ਮੰਤਰੀ ਦੇ ਕਹਿਣ ਦੇ ਉੱਤੇ ਐਡਵੋਕੇਟ ਜਨਰਲ ਅਤੁਲ ਨੰਦਾ ਅਦਾਲਤ ਦੇ ਵਿੱਚ ਖੁਦ ਨਹੀਂ ਗਏ। ਅਤੁਲ ਨੰਦਾ ਪੇਸ਼ੀ ਦੇ ਮੌਕੇ ਹੀ ਮੈਡੀਕਲ ਛੁੱਟੀ ਦੇ ਉੱਤੇ ਚਲੇ ਜਾਂਦੇ ਸਨ। ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆਉਣ ਤੇ ਵੀ ਕੋਈ ਫਰਕ ਨਹੀਂ ਪਿਆ। ਉਹਨਾਂ ਨੇ ਕਿਹਾ ਕਿ ਮੈਂ ਵਕੀਲਾਂ ਨੂੰ ਕਿਹਾ ਕਿ ਇੱਕ ਵਾਰ ਅਦਾਲਤ ਦੇ ਵਿੱਚ ਮੈਨੂੰ ਬਹਿਸ ਕਰਨ ਦਾ ਮੌਕਾ ਦਿੱਤਾ ਜਾਵੇ, ਪਰ ਉਹ ਨਹੀਂ ਮੰਨੇ। ਦਿੱਲੀ ਜਾ ਕੇ ਸਰਕਾਰੀ ਵਕੀਲਾਂ ਦੇ ਦਫ਼ਤਰ ਦੇ ਵਿੱਚ ਚਪੜਾਸੀ ਵਾਂਗ ਮੈਨੂੰ ਖੜਨਾ ਪੈਂਦਾ ਸੀ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੇਰੇ ਅਸਤੀਫੇ ਦੇ ਲਈ HS ਫੂਲਕਾ ਵੀ ਬਰਾਬਰ ਦੇ ਜ਼ਿੰਮੇਵਾਰ ਨੇ। ਜਦੋਂ ਫੂਲਕਾ ਸਾਹਿਬ ਦੇ ਵੱਲੋਂ ਅਖਬਾਰ ਦੇ ਵਿੱਚ ਬਿਆਨ ਦਿੱਤਾ ਗਿਆ ਕਿ ਮੁਫਤ ਕੇਸ ਲੜਨ ਦੇ ਲਈ ਮੈਂ ਤਿਆਰ ਹਾਂ ਤਾਂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਖੁਦ ਫੂਲਕਾ ਸਾਹਿਬ ਦੇ ਨਾਲ ਸੰਪਰਕ ਕੀਤਾ ਫੋਨ ਤੇ ਕੇਸ ਬਾਰੇ ਸਾਰੇ ਦਸਤਾਵੇਜ਼ ਤੇ ਜਾਣਕਾਰੀ ਪ੍ਰਦਾਨ ਕੀਤੀ।
ਫੂਲਕਾ ਨੇ ਇਹ ਕਹਿ ਕੇ ਕੇਸ ਲੜਨ ਤੋਂ ਮਨਾ ਕਰ ਦਿੱਤਾ ਕਿ ਮੈਂ ਸੁਪਰੀਮ ਕੋਰਟ ਤੋਂ ਹੇਠਾਂ ਕੇਸ ਨਹੀਂ ਲੜਦਾ। ਉਹਨਾਂ ਨੇ ਕਿਸੇ ਹੋਰ ਵਕੀਲ ਦੀ ਡਿਊਟੀ ਲਾ ਦਿੱਤੀ ਜੋ ਮੀਡੀਆ ਦੇ ਵਿੱਚ ਸਾਡੇ ਹੀ ਖਿਲਾਫ ਬੋਲਦਾ ਸੀ। ਉਹਨਾਂ ਨੇ ਕਿਹਾ ਕਿ ਫੂਲਕਾ ਨੂੰ ਹੁਣ ਗੋਲੀकांड ਬਾਰੇ ਬੋਲਣ ਤੋਂ ਰੋਕਿਆ ਕਿ ਹੁਣ ਤੁਸੀਂ ਇਸ ਕੇਸ ਬਾਰੇ ਬੋਲ ਕੇ ਦਿਖਾਵਾ ਨਾ ਕਰੋ। ਤੇ ਉਹਨਾਂ ਨੇ ਕਿਹਾ ਕਿ ਮੈਂ ਫੂਲਕਾ ਸਾਹਿਬ ਨੂੰ ਬਹੁਤ ਸਹੀ ਸਮਝਦਾ ਸੀ, ਪਰ ਉਹਨਾਂ ਨੇ ਵੀ ਮੇਰਾ ਦਿਲ ਤੋੜਿਆ। ਨਾਲ ਹੀ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਮੈਂ ਹਰ ਬੂਹਾ ਖੜਕਾਇਆ ਪਰ ਕੋਈ ਮਦਦ ਨਹੀਂ ਮਿਲੀ। ਮੈਂ ਨਵੀਂ SIT ਦੀ ਬਿਲਕੁਲ ਮਦਦ ਨਹੀਂ ਕਰਾਂਗਾ। ਮੇਰੀ ਆਤਮਾ ਨੇ ਆਵਾਜ਼ ਦਿੱਤੀ ਕਿ ਇਸ ਮਹਿਕਮੇ ਦੇ ਵਿੱਚ ਹੁਣ ਮੇਰੀ ਕੋਈ ਜਗ੍ਹਾ ਨਹੀਂ, ਇਸ ਲਈ ਅਸਤੀਫਾ ਦੇ ਦਿੱਤਾ। ਉਹਨਾਂ ਨੇ ਕਿਹਾ ਕਿ ਇਸ ਕੇਸ ਦਾ ਹੁਣ ਕੋਈ ਸਿੱਟਾ ਨਹੀਂ ਨਿਕਲੇਗਾ, ਇਹ ਮੇਰਾ ਦਾਅਵਾ ਹੈ ਤੇ ਮੈਂ ਨੌਕਰੀ ਛੱਡਣ ਤੋਂ ਬਾਅਦ ਬਤੌਰ ਵਕੀਲ ਦੱਬੇ ਕੁਚਲੇ ਲੋਕਾਂ ਦੇ ਕੇਸ ਲੜਾਂਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਕੀਤੇ ਗਏ ਇਹ ਖੁਲਾਸੇ, ਦੱਸੀਆਂ ਗਈਆਂ ਇਹ ਗੱਲਾਂ ਕਿੰਨੇ ਫੀਸਦੀ ਸਹੀ ਆ ਕਿੰਨੇ ਫੀਸਦੀ ਨਹੀਂ, ਇਹਦੇ ਉੱਤੇ ਅਸੀਂ ਕੋਈ ਆਪਦੀ ਸੋਚ ਦੀ ਮੋਹਰ ਨਹੀਂ ਲਾਉਂਦੇ ਕਿ ਨਹੀਂ ਇਹ ਤਾਂ ਸਾਰਾ ਕੁਝ ਸਹੀ ਹੋਊਗਾ। ਨਾ ਅਸੀਂ ਇਹ ਗੱਲ ਕਹਿੰਦੇ ਵੀ ਇਹ ਸਾਰਾ ਕੁਝ ਗਲਤ ਹੋਊਗਾ। ਬੰਦੇ ਦੇ ਮਨ ਦੇ ਵਿੱਚ ਕੀ ਹੈ, ਬੰਦੇ ਨੇ ਆਪਦੇ ਅੱਖੀਂ ਕੀ ਡਿੱਠਾ, ਇਹਦੇ ਬਾਬਤ ਉਹੀ ਵੇਰਵਾ ਪੇਸ਼ ਕਰ ਸਕਦਾ ਜਿਹਨੇ ਵੇਖਿਆ ਨਾ ਹੋਵੇ। ਉਹਦੇ ਵੱਲੋਂ 100% ਯਕੀਨ ਕੀਤਾ ਜਾਵੇ ਇਹ ਜ਼ਰੂਰੀ ਨਹੀਂ ਆ। ਪਰ ਮੈਂ ਇਹ ਸੋਚਦਾ ਕਿ ਜੇਕਰ ਇਹਦੇ ਵਿੱਚੋਂ 50% ਦੀ ਗੱਲਾਂ ਵੀ ਸੱਚ ਸਾਬਤ ਹੋਣ ਤਾਂ ਇਹ ਕੋਈ ਛੋਟੀਆਂ ਗੱਲਾਂ ਨਹੀਂ ਆ। 55 ਲੱਖ ਰੁਪਈਆ ਇੱਕ ਦਿਨ ਦਾ ਖਰਚਾ ਇੱਕ ਹੋਟਲ ਦੇ ਵਿੱਚ ਤੇ ਨਤੀਜਾ ਹਾਲੇ ਤੱਕ ਜ਼ੀਰੋ ਆ। ਇਸ ਵਕਤ ਅਤੁਲ ਨਿੰਦਾ ਦੇ ਉੱਤੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਆ ਐਡਵੋਕੇਟ ਜਨਰਲ ਦੇ ਉੱਤੇ, ਪਰ ਪਹਿਲਾਂ ਵੀ ਸਵਾਲ ਖੜੇ ਹੁੰਦੇ ਰਹੇ ਆ ਤੇ ਨਤੀਜਾ ਇਸ ਮਾਮਲੇ ਦੇ ਵਿੱਚ ਵੀ ਜ਼ੀਰੋ। HS ਫੂਲਕਾ ਹੋਰਾਂ ਦੇ ਉੱਤੇ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਉਸ ਮਾਮਲੇ ਦੇ ਵਿੱਚ ਵੀ ਬਹੁਤ ਸਾਰੇ ਭੰਬਲ ਭੂਸੇ ਖੜੇ ਹੁੰਦੇ ਆ ਕਿ ਕੀ ਉਸ ਵਕਤ ਜਦੋਂ ਲੋੜ ਸੀ ਕੁੰਵਰ ਵਿਜੇ ਪ੍ਰਤਾਪ ਨੂੰ HS ਫੂਲਕਾ ਸਾਹਿਬ ਨਿੱਠ ਕੇ ਆਪ ਮਦਦ ਨਹੀਂ ਕਰ ਸਕਦੇ ਸੀ? ਕਿ ਉਹ ਆਪਣੇ ਜਿਹੜਾ ਸਟੈਂਡ ਉਹਨਾਂ ਨੇ ਲਿਆ ਕਿ ਮੈਂ ਸੁਪਰੀਮ ਕੋਰਟ ਦਾ ਹੀ ਕੇਸ ਲੜਨਾ, ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ, ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਾਂ ਗੋਲੀकांड ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਮੱਦੇਨਜ਼ਰ ਉਹ ਇਹ ਕੇਸ ਆਪਣੇ ਹੱਥ ਦੇ ਵਿੱਚ ਨਹੀਂ ਲੈ ਸਕਦੇ ਸੀ। ਜਿਸ ਤਰੀਕੇ ਦੇ ਨਾਲ ਕੁੰਵਰ ਵਿਜੇ ਪ੍ਰਤਾਪ ਨੇ ਗੱਲ ਕਹੀ ਹੈ ਕਿ ਮੈਨੂੰ ਹਰ ਥਾਂ ਤੋਂ ਦੁਰਕਾਰਿਆ ਗਿਆ ਤੇ ਮੈਨੂੰ ਜ਼ਲੀਲ ਹੀ ਕੀਤਾ ਗਿਆ ਇੱਕ ਤਰੀਕੇ ਦੇ ਨਾਲ, ਮੇਰੀ ਝੋਲੀ ਦੇ ਵਿੱਚ ਕਿਸੇ ਨੇ ਖੈਰ ਨਹੀਂ ਪਾਈ, ਇਸ ਕਰਕੇ ਮੈਂ ਆਪਦੀ ਜ਼ਮੀਰ ਦੀ ਆਵਾਜ਼ ਸੁਣਦਿਆਂ ਇਸ ਕੇਸ ਤੋਂ ਪਾਸੇ ਹੋ ਗਿਆ। ਤੇ ਜੋ ਜਿਸ ਤਰੀਕੇ ਦੇ ਨਾਲ ਰੱਦ ਕੀਤੀ ਗਈ ਹੈ ਇਹ SIT, ਉਹਨਾਂ ਨੇ ਕਿਹਾ ਜੀ ਕਿ ਮੈਨੂੰ ਆਸ ਸੀ ਵੀ ਸ਼ਾਇਦ ਇੱਦਾਂ ਦਾ ਵੀ ਕੁਝ ਹੋ ਜੇ ਤੇ ਹੋਇਆ ਵੀ ਉਵੇਂ ਹੀ ਆ। ਤੇ ਉਹਨਾਂ ਨੇ ਕਿਹਾ ਜੀ ਕਿ ਆਉਂਦੇ ਸਮੇਂ ਦੇ ਵਿੱਚ ਜਿਹੜੀ ਕਿ ਸਭ ਤੋਂ ਮਹੱਤਵਪੂਰਨ ਗੱਲ ਹੈ, ਹੁਣ ਇਸ ਕੇਸ ਦਾ ਕੁਝ ਨਹੀਂ ਬਣੇਗਾ, ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ। ਤੇ ਤੁਸੀਂ ਜਰਾ ਸੋਚ ਕੇ ਦੇਖੋ ਵੀ ਜੇਕਰ ਇਸ ਕੇਸ ਦਾ ਸੱਚੀ ਮੁੱਚੀ ਕੁਝ ਨਹੀਂ ਬਣਦਾ ਤਾਂ 6.25 ਸਾਲ ਗਏ ਕਿੱਧਰ? 4.25 ਸਾਲ ਕਾਂਗਰਸ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਇਆ ਹੋ ਗਏ। 2 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਆ ਭਾਜਪਾ ਗੱਠਜੋੜ ਦੇ ਨਾਲ। 15 ਦੇ ਵਿੱਚ ਇਹ ਸਾਰਾ ਘਟਨਾਕ੍ਰਮ ਵਾਪਰਿਆ ਤੇ ਪੰਜਾਬ ਦੇ ਲੋਕਾਂ ਦਾ ਕਸੂਰ ਕੀ ਹੈ? ਪੰਜਾਬ ਦੇ ਲੋਕਾਂ ਨੇ ਸਰਕਾਰ ਵੀ ਬਦਲ ਕੇ ਵੇਖ ਲਈ, ਪੰਜਾਬ ਦੇ ਲੋਕਾਂ ਨੇ 6 ਸਾਲ ਤੋਂ ਵੱਧ ਸਮੇਂ ਦੀ ਉਡੀਕ ਵੀ ਕਰ ਲਈ, ਪੰਜਾਬ ਦੇ ਲੋਕਾਂ ਨੇ ਬਰਗਾੜੀ ਵਾਲਾ ਮੋਰਚਾ ਵੀ ਲਾ ਕੇ ਦੇਖ ਲਿਆ, ਪੰਜਾਬ ਦੇ ਲੋਕਾਂ ਨੇ ਅਰਦਾਸਾਂ ਵੀ ਕਰਕੇ ਦੇਖ ਲਈਆਂ, ਪੰਜਾਬ ਦੇ ਲੋਕਾਂ ਨੇ ਵਿਰੋਧ ਵੀ ਕਰਕੇ ਦੇਖ ਲਿਆ, ਪਰ ਨਤੀਜਾ ਕੀ ਨਿਕਲਿਆ? ਪਰਨਾਲਾ ਉੱਥੇ ਦਾ ਉੱਥੇ ਆ। ਮੈਂ ਮੁੱਢ ਦੇ ਵਿੱਚ ਵੀ ਇਹ ਗੱਲ ਕਹਿੰਦਾ ਰਿਹਾ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਦਲੀ, ਉਦੋਂ ਮੈਨੂੰ ਇਸ ਗੱਲ ਦੀ ਆਸ ਸੀ ਕਿ ਹੌਲੀ ਹੌਲੀ ਜਿਹੜਾ ਇਹ ਬੇਅਦਬੀ ਕਾਂਡ ਦਾ ਮੁੱਦਾ, ਗੋਲੀकांड ਦਾ ਮੁੱਦਾ ਵਿਧਾਨ ਸਭਾ ਦੀਆਂ ਚੋਣਾਂ ਤੱਕ ਲਟਕਾਇਆ ਜਾਣਾ। ਤੇ ਅੱਜ ਦੀ ਤਰੀਕ ਦੇ ਵਿੱਚ ਉਹੀ ਸਾਰਾ ਕੁਝ ਹੋ ਰਿਹਾ। ਹੁਣ ਕੁੰਵਰ ਵਿਜੇ ਪ੍ਰਤਾਪ ਨੇ ਭਵਿੱਖ ਦੇ ਵਿੱਚ ਕੀ ਕਰਨਾ ਸਾਨੂੰ ਕੁਝ ਨਹੀਂ ਪਤਾ, ਪਰ ਇਹ ਗੱਲ ਪੱਕੀ ਹੈ 100% ਦੀ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਕਿ ਲਗਭਗ 8-8.5 ਮਹੀਨੇ ਬਾਅਦ ਹੋਣੀਆਂ, ਇਹਦੇ ਵਿੱਚ ਬੇਅਦਬੀ ਦਾ ਤੇ ਗੋਲੀकांड ਦਾ ਮੁੱਦਾ ਸਭ ਤੋਂ ਪਹਿਲੇ ਨੰਬਰ ਤੇ ਰਹੂਗਾ। ਲੋਕ ਫੇਰ ਠੱਗੇ ਜਾਣੇ ਆ, ਲੋਕ ਅਜੇ ਤੱਕ ਠੱਗੇ ਗਏ ਆ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਛਿੱਲੀਆਂ ਗਈਆਂ ਵੀ ਆ ਤੇ ਛਿੱਲੀਆਂ ਜਾਣੀਆਂ ਵੀ ਆ। ਹਰਿਆਣਾ ਦੇ ਵਿੱਚ BJP ਨੂੰ ਬਹੁਤ ਵੱਡਾ ਝਟਕਾ ਲੱਗਾ ਕਿਉਂਕਿ ਉੱਥੇ ਪਵਨ ਬੈਨੀਪਾਲ ਜਿਹੜੇ ਕਿ ਬੀਜ ਨਿਗਮ ਦੇ ਚੇਅਰਮੈਨ ਰਹੇ ਆ, ਉਹਨਾਂ ਦੇ ਵੱਲੋਂ ਇਸ ਵਕਤ ਪਾਰਟੀ ਨੂੰ ਛੱਡ ਦਿੱਤਾ ਗਿਆ। ਪਰ ਇਸ ਗੱਲ ਦੇ ਵੱਲ ਜਾਣ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਉੜਦੀ ਗੱਲ ਹੈ ਜਿਹੜੀ ਸੰਖੇਪ ਦੇ ਵਿੱਚ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਲੰਘੇ ਕੱਲ੍ਹ ਫੇਰ ਕਾਂਗਰਸ ਦੀ ਸਰਕਾਰ ਨੂੰ, ਆਪਣੀ ਹੀ ਸਰਕਾਰ ਨੂੰ ਘੇਰਿਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ 4.25 ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਕੀਤਾ ਕੀ ਆ? ਮਗਰਮੱਛ ਜਿਹੜੇ ਨਸ਼ਿਆਂ ਦੇ ਤਸਕਰ ਆ ਉਹ ਤਾਂ ਬਿਲਕੁਲ ਖੁੱਲ੍ਹੇਆਮ ਫਿਰਦੇ ਆ, ਪਰ ਜਿਹੜੇ ਨਿੱਕੇ ਮੋਟੇ ਕਰਿੰਦੇ ਆ ਉਹ ਜੇਲ੍ਹਾਂ ਦੇ ਵਿੱਚ ਸੜ ਰਹੇ ਆ। ਨਸ਼ਾ ਖਤਮ ਕਿੱਥੇ ਹੋਇਆ? ਕਿਵੇਂ ਲੱਕ ਟੁੱਟਿਆ? ਇਹਦੇ ਬਾਬਤ ਪੰਜਾਬ ਦੇ ਲੋਕਾਂ ਨੂੰ ਉੱਤਰ ਕੀ ਦੇਊਗੀ ਕੈਪਟਨ ਸਰਕਾਰ? ਉਹਨਾਂ ਨੇ ਬੇਸ਼ੱਕ ਕੈਪਟਨ ਦਾ ਨਾਂ ਨਹੀਂ ਲਿਆ, ਪਰ ਸਾਡੀ ਸਰਕਾਰ, ਸਾਡੀ ਆਪਣੀ ਸਰਕਾਰ, ਸੂਬੇ ਦੀ ਸਰਕਾਰ ਕੀ ਉੱਤਰ ਦੇਊਗੀ? ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਗੋਲੀकांड ਦੇ ਮਾਮਲੇ ਦੇ ਵਿੱਚ ਤੇ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਆਪਣੀ ਹੀ ਸਰਕਾਰ ਨੂੰ ਘੇਰ ਰਹੇ ਆ, ਇਹ ਗੱਲ ਪੱਕੀ ਹੁੰਦੀ ਜਾ ਰਹੀ ਹੈ ਕਿ ਸਿੱਧੂ ਹੋਰੀ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ। ਬਾਕੀ ਸਮੇਂ ਨੇ ਸਾਰਾ ਕੁਝ ਆਪੇ ਬਿਆਨ ਕਰ ਦੇਣਾ। ਪਰ ਜਿਸ ਤਰੀਕੇ ਦੇ ਨਾਲ ਹਰਿਆਣੇ ਦੇ ਵਿੱਚ BJP ਨੂੰ ਝਟਕਾ ਲੱਗਾ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਹਰਿਆਣਾ ਬੀਜ ਨਿਗਮ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਪਵਨ ਬੈਨੀਪਾਲ ਨੇ ਬੀਜੇਪੀ ਨੂੰ ਅਲਵਿਦਾ ਕਹਿ ਦਿੱਤਾ। ਬੈਨੀਪਾਲ ਸਿਰਸਾ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪਹੁੰਚੇ ਸੀ। ਉੱਥੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ। ਕਿਸਾਨਾਂ ਵਿੱਚ ਪਹੁੰਚਦੇ ਹੀ ਪਵਨ ਬੈਨੀਪਾਲ ਨੇ ਬੀਜੇਪੀ ਛੱਡਣ ਦਾ ਐਲਾਨ ਕਰ ਦਿੱਤਾ। ਪਵਨ ਬੈਨੀਪਾਲ ਨੇ ਪਹਿਲਾਂ ਬੀਜੇਪੀ ਦੀ ਟਿਕਟ ਤੋਂ ਚੋਣ ਵੀ ਲੜੀ ਸੀ ਤੇ ਬੀਜੇਪੀ ਨੂੰ ਛੱਡ ਕੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਹਰਿਆਣਾ ਨੂੰ ਬਹੁਤ ਵਾਰ ਬੇਨਤੀ ਕੀਤੀ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਸਾਨੂੰ ਕੁਝ ਕਰਨਾ ਚਾਹੀਦਾ, ਪਰ ਉਹ ਨਹੀਂ ਮੰਨੇ। ਇਸ ਕਰਕੇ ਹੁਣ ਮੈਂ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਵਾਂਗਾ ਤੇ ਸਿਰਫ ਕਿਸਾਨਾਂ ਦੇ ਹੱਕ ਦੇ ਵਿੱਚ ਹੀ ਖੜਾਂਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਲੋੜ ਇਸ ਵਕਤ ਏਕਤਾ ਦੀ ਹੈ। ਮੈਂ ਥੋੜ੍ਹੀ ਜਿਹੀ ਬੇਨਤੀ ਵੀ ਕਰਨੀ ਚਾਹੁੰਦਾ ਕਿ ਜਦੋਂ 2 ਮਹੀਨੇ ਪਹਿਲਾਂ 26 ਜਨਵਰੀ ਤੋਂ ਪਹਿਲਾਂ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਕਲਾਕਾਰ ਨੇ ਉਹ ਵੀ ਬਾਰਡਰਾਂ ਦੇ ਉੱਤੇ ਜਾਂਦੇ ਸੀ, ਹੋਰ ਵੀ ਵੱਖ-ਵੱਖ ਵਰਗਾਂ ਦੇ ਲੋਕ ਪਹੁੰਚਦੇ ਰਹੇ ਆ। ਉਹਨਾਂ ਦੇ ਵਿੱਚੋਂ ਕਈ ਤਾਂ ਟੂਰਿਸਟ ਦੇ ਤੌਰ ਦੇ ਉੱਤੇ ਵੀ ਬਾਰਡਰਾਂ 'ਤੇ ਜਾਂਦੇ ਰਹੇ ਆ, ਪਰ ਹੁਣ ਉਹਨਾਂ ਦੇ ਵਿੱਚੋਂ ਕੋਈ ਨਹੀਂ ਬੋੜ ਰਿਹਾ। ਹੁਣ ਕਲਾਕਾਰ ਵੀ ਕੋਈ ਵਿਰਲਾ ਟਾਵਾਂ ਇੱਕੜ ਦੁੱਕੜ ਉੱਥੇ ਜਾ ਰਿਹਾ, ਜਦ ਕਿ ਲੋੜ ਸਭ ਤੋਂ ਵੱਧ ਇਸ ਵਕਤ ਆ ਵੀ ਉਤਸ਼ਾਹਿਤ ਕੀਤਾ ਜਾਵੇ, ਮੋਰਚੇ ਦੇ ਵਿੱਚ ਪਹੁੰਚਿਆ ਜਾਵੇ, ਕਿਉਂਕਿ ਨੌਜਵਾਨ ਵਰਗ ਆ ਜਿਹੜਾ ਕਲਾਕਾਰਾਂ ਵਾਸਤੇ ਵੀ ਖਿੱਚ ਦਾ ਪ੍ਰਤੀਕ ਹੈ, ਕਿਉਂਕਿ ਹੁੰਦੇ ਇਹ ਇਸ ਕਰਕੇ ਪਹੁੰਚ ਜਾਂਦਾ। ਇਸ ਕਰਕੇ ਲੋੜ ਇਹ ਆ ਕਿ ਇਸ ਵਕਤ ਫਿਰ ਇੱਕ ਹਮਲਾ ਮਾਰਿਆ ਜਾਵੇ। ਪਰ ਜੇਕਰ ਹਮਲਾ ਨਾ ਮਾਰਿਆ ਜਾਊਗਾ ਫਿਰ ਫੇਸਬੁੱਕ ਦੇ ਉੱਤੇ ਲਿਖੀ ਜਾਊ ਜੀ ਕਿ ਕਮਾਲ ਹੋਏਗੀ, ਕ੍ਰਾਂਤੀ ਆਵੇਗੀ, ਇੱਦਾਂ ਹੋਏਗਾ, ਉਹਦੇ ਨਾਲ ਕੋਈ ਫਰਕ ਨਹੀਂ ਜੇ ਪੈਂਦਾ। ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਕਰਕੇ ਦਿਖਾਉਣ ਦੀ ਲੋੜ ਹੈ। ਪਰ ਮੈਂ ਮਾੜਾ ਕਦੇ ਵੀ ਸੋਚਦਾ ਬਈ ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਤਾਂ ਕਮਾਲ ਕਰੀ ਜਾਂਦੇ ਆ ਵਿਰੋਧ ਦੇ ਰੂਪ ਦੇ ਵਿੱਚ, ਪਰ ਪੰਜਾਬ ਦੀ ਕਿਸਾਨੀ ਦਾ ਇੱਕ ਹਿੱਸਾ ਝੰਡੀ ਲੈ ਕੇ ਜਿੱਧਰ ਨੂੰ ਮਰਜ਼ੀ ਤੁਰ ਪੈਂਦਾ। ਸਾਡੇ ਨਾਲ ਮੂਹਰੇ ਇਸ ਵਕਤ ਹਰਿਆਣੇ ਦੇ ਕਿਸਾਨ ਆ। ਕਿਸਾਨ ਤਾਂ ਕਿਸਾਨ ਆ, ਭਾਵੇਂ ਕਿਸੇ ਵੀ ਸੂਬੇ ਦਾ ਹੋਵੇ, ਪਰ ਪੰਜਾਬ ਦੇ ਉਹ ਕਿਸਾਨ, ਉਹ ਲੋਕ ਜਿਹੜੇ ਕਿ ਹਾਲੇ ਵੀ ਕਦੇ ਉਸ ਪਾਰਟੀ ਮਗਰ ਤੁਰ ਪੈਂਦੇ ਆ, ਕਦੇ ਉਹਦੇ ਮਗਰ ਤੁਰ ਪੈਂਦੇ ਆ। ਮਾੜਾ ਜਿਹਾ ਸਿਰ ਤੋਂ ਕੰਮ ਲੈਣਾ ਸ਼ੁਰੂ ਕਰਨ, ਪਰ ਜਿਹੜੇ ਡਟੇ ਹੋਏ ਕਿਸਾਨ ਆ ਉਹਨਾਂ ਦੇ ਸਿਰ ਨੂੰ ਸਲਾਮ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਦਿਓ ਆਗਿਆ। ਬਹੁਤ ਬਹੁਤ ਮਿਹਰਬਾਨੀ।